ਪੰਜਾਬ ਵਿੱਚ 4 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦਾ ਰਾਜ ਸਥਾਪਿਤ ਹੋਇਆ ਸੀ। ਡੈਂਡੀ ਉਸ ਸਮੇਂ ਆਪਣੇ ਚੋਣ ਮਨੋਰਥ ਪੱਤਰ ਤੋਂ ਇਲਾਵਾ ਲੋਕਾਂ ਨਾਲ ਕੀਤੇ ਗਏ ਹੋਰ ਵਾਅਦਿਆਂ ਦੀ ਪੂਰਤੀ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਚੋਣਾਂ ਸਮੇਂ ਕੀਤੇ ਗਏ ਜ਼ਿਆਦਾਤਰ ਵਾਅਦਿਆਂ ਦੀ ਇਹਨਾਂ 4 ਸਾਲਾਂ ਵਿੱਚ ਪੂਰਤੀ ਕਰ ਦਿੱਤੀ ਗਈ ਹੈ ਅਤੇ ਆਉਂਦੇ ਸਮੇਂ ਵਿੱਚ ਕੀਤੇ ਗਏ ਬਾਕੀ ਦੇ ਵਾਅਦੇ ਵੀ ਪੂਰੇ ਕਰ ਦਿੱਤੇ ਜਾਣਗੇ। ਡੈਂਡੀ ਕੀਤੇ ਇਸ ਦਾਅਵੇ ਦੀ ਬਜਾਏ ਜੇਕਰ ਮੁੱਖ ਮੰਤਰੀ ਇਹਨਾਂ ਨੂੰ ਤੱਥਾਂ ਦਾ ਆਧਾਰ ਬਣਾਉਂਦੇ ਤਾਂ ਗੱਲ ਦੀ ਸਮਝ ਆ ਸਕਦੀ ਸੀ, ਪਰ ਉਹਨਾਂ ਸੰਬੰਧੀ ਤੱਥ ਪੇਸ਼ ਕੀਤੇ ਜਾਣੇ ਬੇਹੱਦ ਮੁਸ਼ਕਲ ਹਨ। ਡੈਂਡੀ ਅਸਲੀਅਤ ਤਾਂ ਇਹ ਜਾਪਦੀ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਇਸ ਕਦਰ ਸਮੱਸਿਆਵਾਂ ਵਿੱਚ ਘਿਰਿਆ ਰਿਹਾ ਹੈ ਕਿ ਕਿਸੇ ਵੀ ਸਰਕਾਰ ਲਈ ਇਹਨਾਂ ਦਾ ਹੱਲ ਕਰ ਸਕਣਾ ਬੇਹੱਦ ਮੁਸ਼ਕਲ ਕਾਰਜ ਹੈ। ਡੈਂਡੀ ਸੂਬੇ ਵਿੱਚ ਵਿਚਰਦੀਆਂ ਸਿਆਸੀ ਪਾਰਟੀਆਂ ਨੂੰ ਅਤੇ ਉਹਨਾਂ ਦੇ ਆਗੂਆਂ ਨੂੰ ਇਹ ਪਤਾ ਹੈ ਕਿ ਸੂਬਾ ਬੇਹੱਦ ਆਰਥਿਕ ਘੁੰਮਣ ਘੇਰੀ ਵਿੱਚ ਫਸਿਆ ਹੋਇਆ ਹੈ, ਜਿਸ 'ਚੋਂ ਨਿਕਲ ਸਕਣਾ ਫਿਲਹਾਲ ਸੰਭਵ ਨਹੀਂ ਜਾਪਦਾ। ਡੈਂਡੀ ਇਸ ਦਾ ਵੱਡਾ ਕਾਰਨ ਸਮੇਂ ਦੇ ਬੀਤਣ ਨਾਲ ਤਤਕਾਲੀ ਸਰਕਾਰਾਂ ਦਾ ਲਗਾਤਾਰ ਕਰਜ਼ਾਈ ਹੁੰਦੇ ਜਾਣਾ ਹੈ। ਕਰਜ਼ੇ ਨੂੰ ਲਾਉਣਾ ਤਾਂ ਇੱਕ ਪਾਸੇ ਰਿਹਾ, ਸਰਕਾਰ ਲਈ ਵਿਆਜ ਮੋੜਨਾ ਵੀ ਬੇਹੱਦ ਔਖਾ ਹੁੰਦਾ ਜਾ ਰਿਹਾ ਹੈ। ਡੈਂਡੀ ਵਿਆਜ ਮੋੜਨ ਲਈ ਵੀ ਉਸ ਨੂੰ ਹੋਰ ਕਰਜ਼ਾ ਲੈਣਾ ਪੈਂਦਾ ਹੈ। ਡੈਂਡੀ ਅੱਜ ਹਾਲਤ ਇਹ ਹੈ ਕਿ ਸਰਕਾਰ ਦਾ ਆਪਣਾ ਬਹੁਤਾ ਕੁਝ ਗਹਿਣੇ ਪੈ ਚੁੱਕਾ ਹੈ। ਡੈਂਡੀ ਪਰ ਚੋਣਾਂ ਸਮੇਂ ਲੋਕਾਂ ਦੀਆਂ ਵੋਟਾਂ ਲੈਣ ਲਈ ਬਹੁਤੀਆਂ ਪਾਰਟੀਆਂ ਅਤੇ ਸਿਆਸੀ ਆਗੂ ਵੱਡੇ ਤੋਂ ਵੱਡੇ ਵਾਅਦੇ ਕਰਨ ਤੋਂ ਨਹੀਂ ਝਿਜਕਦੇ। ਡੈਂਡੀ ਉਸ ਸਮੇਂ ਉਹ ਆਕਾਸ਼ ਤੋਂ ਤਾਰੇ ਤੋੜ ਕੇ ਲਿਆਉਣ ਦੀ ਵੀ ਗੱਲ ਕਰਦੇ ਹਨ, ਪਰ ਅਸਲੀਅਤ ਵਿੱਚ ਸਥਿਤੀ ਇਸ ਤੋਂ ਬਿਲਕੁਲ ਵੱਖਰੀ ਹੁੰਦੀ ਹੈ। ਡੈਂਡੀ ਕਿਸੇ ਵੀ ਨਵੀਂ ਸਰਕਾਰ ਤੋਂ ਲੋਕ ਆਸਾਂ ਲਗਾ ਲੈਂਦੇ ਹਨ, ਪਰ ਉਹਨਾਂ ਦਾ ਪੂਰਾ ਹੋ ਸਕਣਾ ਸੰਭਵ ਨਹੀਂ ਹੁੰਦਾ। ਡੈਂਡੀ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਅਤੇ ਖਾਸ ਤੌਰ 'ਤੇ ਕੈਪਟਨ ਸਾਹਿਬ ਨੇ ਕਿਸਾਨਾਂ ਦੇ ਸਾਰੇ ਕਰਜ਼ਿਆਂ 'ਤੇ ਲੀਕ ਫੇਰਨ ਦੀ ਗੱਲ ਕੀਤੀ ਸੀ, ਪਰ ਉਸ ਸਮੇਂ ਵੀ ਉਹਨਾਂ ਨੂੰ ਪਤਾ ਸੀ ਕਿ ਅਜਿਹਾ ਹੋ ਸਕਣਾ ਸੰਭਵ ਨਹੀਂ ਹੈ। ਡੈਂਡੀ ਕਾਂਗਰਸ ਵੱਲੋਂ ਆਪਣੀ 4 ਸਾਲ ਦੀ ਕਾਰਗੁਜ਼ਾਰੀ ਪੇਸ਼ ਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਆਪਣਾ ਇਹ ਪ੍ਰਤੀਕਰਮ ਦਿੱਤਾ ਹੈ ਕਿ ਉਸ ਸਮੇਂ ਕਿਸਾਨਾਂ ਸਿਰ 90,000 ਕਰੋੜ ਰੁਪਏ ਦਾ ਕਰਜ਼ਾ ਸੀ ਅਤੇ 4 ਸਾਲਾਂ ਵਿੱਚ ਸਿਰਫ 4700 ਕਰੋੜ ਰੁਪਏ ਦਾ ਕਰਜ਼ਾ ਹੀ ਮੁਆਫ ਕੀਤਾ ਜਾ ਸਕਿਆ ਹੈ। ਡੈਂਡੀ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਬਿਜਲੀ ਦਰਾਂ ਘਟਾਉਣ ਦੀ ਗੱਲ ਅੱਜ ਵੀ ਇਸ ਲਈ ਬਹੁਤ ਮੁਸ਼ਕਲ ਜਾਪ ਰਹੀ ਹੈ, ਕਿਉਂਕਿ ਬਿਜਲੀ ਬੋਰਡ ਵੀ ਲਗਾਤਾਰ ਖਸਾਰੇ ਵਿੱਚ ਚੱਲ ਰਿਹਾ ਹੈ। ਡੈਂਡੀ ਤਤਕਾਲੀ ਸਰਕਾਰਾਂ ਵੱਲੋਂ ਵੱਖ-ਵੱਖ ਮੁਫਤ ਯੋਜਨਾਵਾਂ ਰਾਹੀਂ ਦਿਖਾਈ
ਗਈ ਦਰਿਆ ਦਿਲੀ ਕਾਰਨ ਉਸ ਨੇ ਅਰਬਾਂ ਰੁਪਏ ਸਰਕਾਰ ਤੋਂ ਲੈਣੇ ਹਨ। ਡੰਡੀ ਹੁਣ ਦੀ ਜਾਂ ਆਉਂਦੀ ਕਿਹੜੀ ਸਰਕਾਰ ਇਕੱਠੀਆਂ ਹੋਈਆਂ ਐਸੀਆਂ ਰਕਮਾਂ ਵਾਪਸ ਮੋੜੇਗੀ? ਇਸ ਸੰਬੰਧੀ ਸਪਸ਼ਟ ਤੌਰ 'ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਨੇ ਨਿੱਜੀ ਕੰਪਨੀਆਂ ਨਾਲ ਜੋ ਬਿਜਲੀ ਸੰਬੰਧੀ ਸਮਝੌਤੇ ਕੀਤੇ ਸਨ ਉਹਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ, ਨਾ ਹੀ ਇਹਨਾਂ ਕੰਪਨੀਆਂ ਦੇ ਪ੍ਰਾਜੈਕਟਾਂ ਨੂੰ ਖਰੀਦਣ ਲਈ ਸਰਕਾਰ ਕੋਲ ਪੈਸਾ ਹੈ। ਡੰਡੀ ਅਜਿਹੇ ਹਾਲਾਤ ਵਿੱਚ ਸਰਕਾਰ ਦੇ ਹੱਥ ਵੱਜੇ ਹੋਏ ਹਨ। ਡੰਡੀ ਸਟਾਰਟ। ਜਿੱਥੋਂ ਤੱਕ ਘਰ ਘਰ ਨੌਕਰੀ ਦੇਣ ਦਾ ਸਵਾਲ ਹੈ, ਅੱਜ ਬੇਰੁਜ਼ਗਾਰੀ ਇੰਨੀ ਕੁ ਵਿਕਰਾਲ ਰੂਪ ਧਾਰਨ ਕਰਕੇ ਸਾਹਮਣੇ ਆ ਖੜੀ ਹੋਈ ਹੈ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਦੇਣਾ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਰਹੀ ਅਤੇ ਨਾ ਹੀ ਭ੍ਰਿਸ਼ਟਾਚਾਰ ਨੂੰ ਖਤਮ ਕੀਤੇ ਜਾਣ ਦੇ ਦਾਅਵੇ ਪੂਰੇ ਹੁੰਦੇ ਦਿਖਾਈ ਦੇ ਰਹੇ ਹਨ। ਡੰਡੀ ਰਹਿੰਦੇ ਅਰਸੇ ਵਿੱਚ ਸਰਕਾਰ ਇਹਨਾਂ ਦਿਸ਼ਾਵਾਂ ਵੱਲ ਕਿੰਨਾ ਕੁ ਅੱਗੇ ਵਧ ਸਕੇਗੀ, ਇਸ ਬਾਰੇ ਵੀ ਬੇਯਕੀਨੀ ਹੀ ਬਣੀ ਨਜ਼ਰ ਆਉਂਦੀ ਹੈ। ਡੰਡੀ ਅਜਿਹੀ ਅਵਸਥਾ ਵਿੱਚ ਕੋਈ ਆਸ ਬੱਝਦੀ ਨਜ਼ਰ ਨਹੀਂ ਆਉਂਦੀ। ਡੰਡੀ ਸਥਿਤੀ ਨੂੰ ਬਦਲਣ ਲਈ ਵੱਡੇ ਸਾਧਨਾਂ, ਵੱਡੇ ਕਦਮਾਂ ਅਤੇ ਦ੍ਰਿੜ ਇਰਾਦੇ ਦੀ ਜ਼ਰੂਰਤ ਹੈ। ਡੰਡੀ ਕਿ ਆਉਂਦੇ ਸਮੇਂ ਵਿੱਚ ਕੈਪਟਨ ਸਰਕਾਰ ਅਜਿਹਾ ਕਰ ਸਕਣ ਦੇ ਸਮਰੱਥ ਹੋਵੇਗੀ? ਡੰਡੀ ਇਹ ਅਜਿਹਾ ਸਵਾਲ ਹੈ ਜਿਸ ਦਾ ਹੱਲ ਨਿਕਲਣਾ ਹਾਲ ਦੀ ਘੜੀ ਬੇਹੱਦ ਮੁਸ਼ਕਲ ਦਿਖਾਈ ਦਿੰਦਾ ਹੈ। ਡੰਡੀ ਪਹਿਰਾ। ਸ਼ਾਇਰਾ ਸਰਬਜੀਤ ਕੌਰ ਸੋਹਲ ਅਸਾਡੇ ਸਮਿਆਂ ਦੀ ਜਾਣੀ ਪਹਿਚਾਣੀ ਤੇ ਸਾਹਿਤਕ ਸੱਥਾਂ ਦੀ ਧਰੂ ਤਾਰਾ ਹਥਲੀ ਕਾਵ ਕਿਤਾਬ ਬਰਖਿਲਾਫ ਬਜ਼ਾਤੇ ਖੁਦ ਤੋਂ ਪਹਿਲਾਂ ਆਲੋਚਨਾ ਦੀਆਂ 3 ਪੁਸਤਕਾਂ, 6 ਕਾਵ ਸੰਗ੍ਰਹਿ, 9 ਅਨੁਵਾਦਿਤ ਪੁਸਤਕਾਂ ਤੋਂ ਇਲਾਵਾ 4 ਸੰਪਾਦਿਤ ਪੁਸਤਕਾਂ ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕੀ ਹੈ। ਡੰਡੀ ਹਥਲੀ ਕਾਵ ਕਿਤਾਬ ਲੇਖਕ ਦੀ ਹੁਣ ਤੱਕ ਦੀ ਕਾਵ ਯਾਤਰਾ ਹੈ ਜਿਸ ਵਿੱਚ ਉਸ ਦੀਆਂ ਕਾਵ ਕਿਤਾਬਾਂ ਸਫ਼ਰ ਦਰ ਸਫ਼ਰ, ਐਵੇਂ ਕਿਵੇਂ, ਗੁੰਨੀ ਮਿੱਟੀ, ਕਾਵ ਕੁਣਕਾ, ਮੁਹੱਬਤਗਿਰੀ ਅਤੇ ਐਨੀਮੇਟਡ ਰਿਸ਼ਤੇ ਦਾ ਸੰਯੁਕਤ ਕਾਵ ਸੰਗ੍ਰਹਿ ਹੈ। ਡੰਡੀ ਇਸ ਪੁਸਤਕ ਦੇ ਸੰਪਾਦਕ ਪ੍ਰਸਿੱਧ ਕਹਾਣੀਕਾਰ ਦੇਸਰਾਜ ਕਾਲੀ ਹਨ, ਜਿਨ੍ਹਾਂ ਨੇ ਪੁਸਤਕ ਦੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਸੋਹਲ ਕਾਵ ਦੀ ਥਾਹ ਪਵਾਈ ਹੈ। ਡੰਡੀ ਪੁਸਤਕ ਦੇ ਸਿਰਨਾਵੇਂ ਬਰਖਿਲਾਫ ਬਜ਼ਾਤੇ ਖੁਦ ਤੋਂ ਇਹ ਨਹੀਂ ਸਮਝ ਲੈਣਾ ਬਣਦਾ ਕਿ ਇਹ ਸਵੈ ਕਥਨ ਉਸ ਦੇ ਖੁਦ ਹੀ ਖਿਲਾਫ ਇਹ ਸਵੈ ਕਥਨ ਨਿੱਜ ਦਾ ਨਾ ਹੋ ਕੇ ਜੱਗ ਦਾ ਬਣ ਜਾਂਦਾ ਹੈ। ਡੰਡੀ ਇਹ ਕਾਵ ਕਿਤਾਬ ਸਮਕਾਲ ਦੀ ਕਾਲ ਚਰਖੜੀ ਵਿੱਚ ਗਰਸੇ ਤਰੰਗਤ ਮੁਹੱਬਤੀ ਜੋੜਿਆਂ ਦੇ ਨਿਤਸ਼ੇ ਦੇ ਨਾਇਕ ਜ਼ਰਬੁਸਤਰ ਵਾਂਗ ਵਰਜਨਾਵਾਂ ਉਲੰਘਦੀ ਹੋਈ ਪਿਤਰੀ ਦਾਬੇ ਅੱਗੇ ਪ੍ਰਸ਼ਨ ਖੜੇ ਕਰਦੀ ਹੈ। ਡੰਡੀ ਮਨੁੱਖੀ ਗ੍ਰੰਥੀਆਂ ਜਿਵੇਂ ਕਿ ਤ੍ਰਿਪਤ ਅਤ੍ਰਿਪਤ ਦੀ ਵਿਗੜ ਰਹੀ ਗ੍ਰਾਮਰ ਦੇ ਵਿਚਕਾਰ ਤ੍ਰਿਸ਼ੰਕੂ
ਬਣੇ ਮਨੁੱਖ ਲਈ ਰਾਹ ਦਸੇਰਾ ਬਣ ਕੇ ਸਹਿਜ ਆਨੰਦ ਦੀ ਤੰਦ ਸੂਤਰ ਹੱਥ ਫੜਾਉਂਦੀ ਨਜ਼ਰ ਆਉਂਦੀ ਹੈ। ਡੈਂਡੀ ਜਿੱਥੇ ਪੰਜਾਬੀ ਸਾਹਿਤ ਜਗਤ ਸੋਹਲ ਦਾ ਧੰਨਵਾਦੀ ਹੋਣਾ ਬਣਦਾ ਹੈ, ਉੱਥੇ ਪੁਸਤਕ ਦੇ ਸੰਪਾਦਕ ਦੇਸ ਰਾਜ ਕਾਲੀ ਦਾ ਵੀ ਰਿਣੀ ਹੋਣਾ ਬਣਦਾ ਹੈ। ਡੈਂਡੀ ਆਮੀਨ ਪਾਕਿਸਤਾਨੀ ਪੰਜਾਬੀ ਨਾਵਲ ਦੀ ਪਰੰਪਰਾ ਵਿਲੱਖਣ ਥਾਂ ਰੱਖਦੀ ਹੈ। ਡੈਂਡੀ ਬਹੁਤ ਸਾਰੇ ਅਜਿਹੇ ਪਾਕਿਸਤਾਨੀ ਲੇਖਕ ਹਨ ਜਿਹੜੇ ਪੰਜਾਬੀ ਪਾਠਕਾਂ ਉੱਪਰ ਗਹਿਰਾ ਪ੍ਰਭਾਵ ਪਾਉਂਦੇ ਹਨ। ਡੈਂਡੀ ਉਹਨਾਂ ਵਿੱਚੋਂ ਇੱਕ ਮੀਰ ਤਨਹਾ ਯੂਸਫੀ ਨੇ ਗਲਪ ਖੇਤਰ ਵਿੱਚ ਕਈ ਰਚਨਾਵਾਂ ਦੀ ਸਿਰਜਣਾ ਕੀਤੀ ਹੈ। ਡੈਂਡੀ ਇਹ ਨਾਵਲ 1997 ਭਾਰਤ ਪਾਕਿਸਤਾਨ ਵੰਡ ਤੋਂ ਪਿੱਛੋਂ ਦੀ ਸਾਹਿਤਕ ਕਿਰਤ ਹੈ। ਡੈਂਡੀ ਸਟਾਰਟ ਕੰਟਰੈਕਟ ਫਾਰਮਿੰਗ ਬਾਰੇ ਬਣਾਏ ਗਏ ਕਾਨੂੰਨ ਦਾ ਨਾ ਤਾਂ ਬੜਾ ਆਕਰਸ਼ਕ ਰੱਖਿਆ ਗਿਆ ਹੈ, ਪਰ ਨਾ ਬੜਾ ਔਰ ਦਰਸ਼ਨ ਛੋਟੇ ਵਾਲੀ ਗੱਲ ਹੈ। ਡੈਂਡੀ ਇਹ ਕਾਨੂੰਨ ਨਾ ਤਾਂ ਕਿਸਾਨ ਦਾ ਸਸ਼ਕਤੀਕਰਨ ਭਾਵ ਕਿਸਾਨ ਦੇ ਸ਼ਕਤੀ ਦੇਣ ਵਾਲਾ ਤੇ ਨਾ ਹੀ ਉਸ ਦਾ ਸੁਰੱਖਣ ਭਾਵ ਸੁਰੱਖਿਆ ਦੇਣ ਵਾਲਾ ਹੈ ਤੇ ਨਾ ਹੀ ਇਹ ਫਸਲ ਦੀ ਕੀਮਤ ਦਾ ਵਿਸ਼ਵਾਸ ਦਿਵਾਉਣ ਵਾਲਾ ਹੈ। ਡੈਂਡੀ ਇਸ ਦੀ ਵਿਆਖਿਆ ਤੋਂ ਪਤਾ ਲੱਗਦਾ ਹੈ ਕਿ ਕਿਸਾਨ ਨਾਲ ਫਿਰ ਤੋਂ ਜੁਮਲੇਬਾਜ਼ੀ ਕੀਤੀ ਜਾ ਰਹੀ ਹੈ, ਕਿਉਂਕਿ ਸੰਵਿਧਾਨਿਕ ਤੌਰ 'ਤੇ ਇਹ ਕਾਨੂੰਨ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਡੈਂਡੀ ਇਸ ਦੇ 7ਵੇਂ ਸ਼ੈਡਿਊਲ ਦੀ 3 ਨੰਬਰ ਲਿਸਟ ਦੀ ਮਦਦ ਨੰਬਰ 33 ਲਾਗੂ ਨਹੀਂ ਹੁੰਦੀ। ਡੈਂਡੀ ਇਹ ਕਾਨੂੰਨ ਵਣਜ ਤੇ ਵਪਾਰ ਨਾਲ ਸੰਬੰਧ ਨਹੀਂ ਰੱਖਦਾ। ਡੈਂਡੀ ਇਹ ਖੇਤੀ ਕਰਨ ਨਾਲ ਸੰਬੰਧਿਤ ਹੈ ਤੇ ਸਿੱਧੇ ਤੌਰ 'ਤੇ ਰਾਜ ਸਰਕਾਰ ਦੇ ਕਾਨੂੰਨ ਬਣਾਉਣ ਦੀ ਲਿਸਟ ਦੇ 14 ਨੰਬਰ ਮੱਧ ਹੇਠ ਆਉਂਦਾ ਹੈ, ਜਿਸ ਰਾਹੀਂ ਰਾਜ ਸਰਕਾਰ ਖੇਤੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਰੱਖਦੀ ਹੈ, ਨਾ ਕਿ ਕੇਂਦਰ ਸਰਕਾਰ। ਡੈਂਡੀ ਸੰਵਿਧਾਨ ਦੀ ਧਾਰਾ 254 ਅਨੁਸਾਰ ਜੇਕਰ ਪਾਰਲੀਮੈਂਟ ਕੋਈ ਕਾਨੂੰਨ ਬਣਾਉਂਦੀ ਹੈ ਜਿਹੜਾ ਪਾਰਲੀਮੈਂਟ ਦੇ ਕਾਨੂੰਨ ਬਣਾਉਣ ਦੇ ਅਧਿਕਾਰ ਖੇਤਰ ਵਿੱਚ ਹੈ ਤੇ ਉਹ ਕਾਨੂੰਨ ਸੰਵਿਧਾਨ ਦੇ 7ਵੇਂ ਸ਼ੈਡਿਊਲ ਦੀ 3ਜੀ ਸੂਚੀ ਜੋ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਸਾਂਝੇ ਅਧਿਕਾਰ ਖੇਤਰ ਵਿੱਚ ਹੈ, ਤਾਂ ਪਾਰਲੀਮੈਂਟ ਦਾ ਬਣਾਇਆ ਕਾਨੂੰਨ ਰਾਜ ਸਰਕਾਰਾਂ 'ਤੇ ਲਾਗੂ ਹੋਵੇਗਾ। ਡੈਂਡੀ ਪਰ ਕੰਟਰੈਕਟ ਫਾਰਮਿੰਗ ਬਾਰੇ ਬਣਾਇਆ ਕਾਨੂੰਨ ਸਾਂਝੀ ਸੂਚੀ ਦੀ ਮੱਦ ਨੰਬਰ 33 ਅਧੀਨ ਨਹੀਂ ਆਉਂਦਾ। ਡੈਂਡੀ ਇਹ ਖੇਤੀ ਬਾਰੇ ਕਾਨੂੰਨ ਹੈ, ਨਾ ਕਿ ਵਣਜ ਵਪਾਰ ਬਾਰੇ। ਡੈਂਡੀ ਇਹ ਰਾਜਾਂ ਦੀ ਸੂਚੀ ਦੀ ਮੱਦ 14 ਅਧੀਨ ਆਉਂਦਾ ਹੈ, ਇਸ ਲਈ ਇਹ ਕਾਨੂੰਨ ਅਸੰਵਿਧਾਨਕ ਹੈ। ਡੈਂਡੀ ਇਹ ਕਾਨੂੰਨ ਸੰਵਿਧਾਨਕ ਹੋਂਦ ਨਹੀਂ ਰੱਖਦਾ। ਡੈਂਡੀ ਦੂਜਾ ਇਹ ਕਾਨੂੰਨ ਸੰਵਿਧਾਨ ਦੇ ਸੰਘੀ ਢਾਂਚੇ 'ਤੇ ਸਿੱਧੀ ਸੱਟ ਹੈ। ਡੈਂਡੀ ਇਸ ਕਾਨੂੰਨ ਦੀ ਧਾਰਾ 16 ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਇਸ ਕਾਨੂੰਨ ਨੂੰ ਲਾਗੂ ਕਰਨ ਬਾਰੇ ਕੇਂਦਰ ਸਰਕਾਰ ਨਿਯਮ ਬਣਾਏਗੀ ਤੇ ਰਾਜ ਸਰਕਾਰਾਂ ਨੂੰ ਇਹ ਕਾਨੂੰਨ ਲਾਗੂ ਕਰਨ ਬਾਰੇ ਨਿਰਦੇਸ਼ ਦੇਵੇਗੀ। ਡੈਂਡੀ ਜੋ ਰਾਜ ਸਰਕਾਰਾਂ ਮੰਨਣ ਦੇ ਪਾਬੰਦ ਹੋਣਗੀਆਂ। ਡੈਂਡੀ ਇਸ ਤਰ੍ਹਾਂ ਰਾਜ ਸਰਕਾਰਾਂ ਨੂੰ ਕੇਂਦਰ ਸਰਕਾਰ ਦੇ ਅਧੀਨ ਸੰਸਥਾ ਬਣਾ ਦਿੱਤਾ ਗਿਆ ਹੈ ਜੋ
ਸੰਘੀ ਢਾਂਚੇ ਦੇ ਅਨੁਕੂਲ ਨਹੀਂ, ਸਗੋਂ ਉਸ ਨੂੰ ਖਤਮ ਹੀ ਕਰ ਦੇਵੇਗੀ। ਡੰਡੀ ਕੇਂਦਰ ਸਰਕਾਰ ਆਪਣੇ ਆਪ ਨੂੰ ਮਾਸਟਰ ਤੇ ਰਾਜ ਸਰਕਾਰਾਂ ਨੂੰ ਆਪਣੇ ਅਧੀਨ ਮੰਨ ਰਹੀ ਹੈ। ਡੰਡੀ ਇਹ ਅਧੀਨਗੀ ਰਾਜ ਸਰਕਾਰਾਂ ਨੂੰ ਪ੍ਰਵਾਨ ਨਹੀਂ ਹੋਵੇਗੀ, ਨਾ ਹੀ ਪ੍ਰਵਾਨ ਹੋਣੀ ਚਾਹੀਦੀ ਹੈ। ਡੰਡੀ ਸਟਾਰਟ। ਆਤਮ ਵਿਸ਼ਵਾਸ, ਆਤਮ ਨਿਰਭਰਤਾ, ਆਪਣੀ ਸਹਾਇਤਾ ਖੁਦ ਕਰਨਾ ਆਦਿ ਗੱਲਾਂ ਅੱਜ ਤੋਂ ਨਹੀਂ ਸਗੋਂ ਸੈਂਕੜੇ ਵਰ੍ਹਿਆਂ ਤੋਂ ਲੋਕ ਸੁਣਦੇ ਆ ਰਹੇ ਹਨ। ਡੰਡੀ ਸਿਆਸੀ ਆਗੂਆਂ ਦਾ ਤਾਂ ਇਹ ਇੱਕ ਤਰ੍ਹਾਂ ਨਾਲ ਤਕੀਆ ਕਲਾਮ ਹੀ ਹੈ, ਜਿਸ ਦੀ ਵਰਤੋਂ ਉਹ ਅਕਸਰ ਕਰਦੇ ਹਨ, ਵਿਸ਼ੇਸ਼ ਤੌਰ 'ਤੇ ਉਦੋਂ ਜਦੋਂ ਉਹ ਕਿਸੇ ਦੀ ਮਦਦ ਕਰਨ ਤੋਂ ਕੰਨੀ ਕਤਰਾਉਣ। ਡੰਡੀ ਪਰਿਵਾਰ ਹੋਵੇ ਜਾਂ ਸਮਾਜ, ਜਦੋਂ ਸਭ ਪਾਸੇ ਨਿਰਾਸ਼ਾ ਹੋਣ ਲੱਗਦੀ ਹੈ ਤਾਂ ਇੱਕ ਹੀ ਵਾਕ ਸੁਣਨ ਵਿੱਚ ਆਉਂਦਾ ਹੈ ਕਿ ਹੁਣ ਤਾਂ ਖੁਦ ਹੀ ਕਰਨਾ ਪਵੇਗਾ। ਡੰਡੀ ਆਮ ਨਾਗਰਿਕਾਂ ਨੂੰ ਵਰਗਲਾਈ ਰੱਖਣ, ਉਸ ਨਾਲ ਧੋਖਾ ਤੇ ਕਪਟ ਕਰਨ ਤੋਂ ਲੈ ਕੇ ਅਸਮਾਨ ਦੇ ਤਾਰੇ ਤੋੜ ਕੇ ਉਸ ਦੀ ਝੋਲੀ ਵਿੱਚ ਪਾ ਦੇਣ ਦੇ ਵਾਅਦੇ ਤੱਕ ਕਰਨੇ ਸਿਆਸਤਦਾਨਾਂ ਅਤੇ ਸਰਕਾਰਾਂ ਦਾ ਨਿੱਤ ਦਾ ਕੰਮ ਹੈ। ਡੰਡੀ ਸਪਸ਼ਟ ਨੀਤੀਆਂ ਅਤੇ ਦ੍ਰਿੜ ਅਤੇ ਯਕੀਨੀ ਵਿਚਾਰਧਾਰਾ ਦੀ ਘਾਟ ਅਤੇ ਯੋਜਨਾਵਾਂ 'ਤੇ ਅਮਲ ਕਰਨ ਦੀ ਅਯੋਗਤਾ ਕਾਰਨ ਜਦੋਂ ਕਿਸੇ ਸਰਕਾਰ ਦੇ ਕੰਮ ਦੀ ਆਲੋਚਨਾ ਹੁੰਦੀ ਹੈ ਤਾਂ ਉਸ ਦਾ ਨਤੀਜਾ ਇੱਕ ਤੋਂ ਇੱਕ ਸ਼ਾਨਦਾਰ ਬਹਾਨੇ ਬਣਾ ਕੇ ਲੋਕਾਂ ਨੂੰ ਭਰਮਾਈ ਰੱਖਣ ਦੇ ਅੰਤਹੀਨ ਸਿਲਸਿਲੇ ਦੇ ਰੂਪ ਵਿੱਚ ਸ਼ੁਰੂ ਹੋ ਜਾਂਦਾ ਹੈ। ਡੰਡੀ ਉਦਾਹਰਨ ਲਈ ਜਦੋਂ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਗਰੀਬੀ ਨਾ ਮਿਟਣ ਲਈ ਇਹ ਕਹਿੰਦੇ ਹਨ ਕਿ ਜੋ ਰਹਿੰਗੀਆਂ ਆਬਾਦੀ ਸਾਡੇ ਦੇਸ਼ ਵਿੱਚ ਆ ਗਈ ਹੈ, ਇਸ ਲਈ ਉਹ ਜ਼ਿੰਮੇਵਾਰ ਹੈ। ਡੰਡੀ ਜਦੋਂ ਕਿ ਹਕੀਕਤ ਇਹ ਹੈ ਕਿ ਉਹ ਸਿਰਫ ਕੁਝ ਲੱਖ ਹੋਣਗੇ ਅਤੇ ਦੇਸ਼ 130 ਕਰੋੜ ਲੋਕਾਂ ਦਾ ਹੈ, ਜਿਸ ਵਿੱਚ ਉਹ ਸਿਰਫ ਸਮੁੰਦਰ ਵਿੱਚ ਇੱਕ ਬੂੰਦ ਦੀ ਤਰ੍ਹਾਂ ਹਨ। ਡੰਡੀ ਲੋਕਾਂ ਦੇ ਮਨ ਵਿੱਚ ਇਹ ਗੱਲ ਵੀ ਭਰੀ ਜਾਂਦੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਨਿਕੰਮੇ ਹੋਣ ਕਾਰਨ ਹੁਣ ਸਾਨੂੰ ਹੀ ਸਭ ਕੁਝ ਨਵੇਂ ਸਿਰਿਓਂ ਕਰਨਾ ਪੈ ਰਿਹਾ ਹੈ, ਇਸ ਲਈ ਵਕਤ ਤਾਂ ਲੱਗੇਗਾ ਹੀ। ਡੰਡੀ ਵਿਰੋਧੀ ਧਿਰ ਵੀ ਇਹ ਦੁਹਰਾਉਂਦੀ ਹੈ ਕਿ ਇਹ ਸਰਕਾਰ ਤਾਂ ਬਸ 2-4 ਪੂੰਜੀਪਤੀਆਂ ਨੂੰ ਮਾਲਾ ਮਾਲ ਕਰਨ 'ਤੇ ਲੱਗੀ ਹੈ ਅਤੇ ਸਾਡੇ ਹੱਥ ਵਿੱਚ ਸੱਤਾ ਆਉਂਦਿਆਂ ਹੀ ਅਸੀਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦੇਵਾਂਗੇ। ਡੰਡੀ ਇਸ ਤਰ੍ਹਾਂ ਦੇ ਵਾਅਦੇ ਅਤੇ ਦਾਅਵੇ ਕਰਨ ਨਾਲ ਸਿਆਸਤਦਾਨਾਂ ਨੂੰ ਤਾਂ ਲਾਭ ਮਿਲ ਸਕਦਾ ਹੈ, ਪਰ ਸਮਾਜ ਦਾ ਭਲਾ ਇਸ ਨਾਲ ਨਹੀਂ ਹੁੰਦਾ। ਡੰਡੀ ਪਾਰਾ ਇੱਕ ਘਟਨਾ ਹੈ ਜੋ ਬਾਲ ਮਜ਼ਦੂਰਾਂ ਅਤੇ ਬੇਸਹਾਰਾ ਭੀੜ ਮੰਗਦੇ ਬੱਚਿਆਂ ਅਤੇ ਮਜਬੂਰੀ ਵਿੱਚ ਕਿਸੇ ਦੇ ਅੱਗੇ ਹੱਥ ਫੈਲਾਉਂਦੇ ਲੋਕਾਂ ਨਾਲ ਜੁੜੀ ਹੈ। ਡੰਡੀ ਆਮ ਤੌਰ 'ਤੇ ਸਰਕਾਰ ਦਾ ਵਿਵਹਾਰ ਇਹਨਾਂ ਨੂੰ ਫੜ ਕੇ ਕਿਸੇ ਆਸ਼ਰਮ ਜਾਂ ਅਨਾਥ ਘਰ ਜਾਂ ਸੁਧਾਰ ਘਰਾਂ ਵਿੱਚ ਭੇਜਣ ਦਾ ਹੁੰਦਾ ਹੈ। ਡੰਡੀ ਕੁਝ ਕੁ ਸੰਵੇਦਨਸ਼ੀਲ ਲੋਕਾਂ ਜਿਵੇਂ ਕਿ ਬਚਪਨ ਬਚਾਓ ਅੰਦੋਲਨ ਨਾਲ ਸੰਬੰਧਿਤ ਕੈਲਾਸ਼ ਸਤਿਆਰਥੀ ਨੇ ਬਾਲ ਮਜ਼ਦੂਰਾਂ ਅਤੇ ਭੀਖ ਮੰਗਦੇ ਬੱਚਿਆਂ ਨੂੰ ਬਿਨਾਂ ਕਿਸੇ
ਸਰਕਾਰੀ ਸਹਾਇਤਾ ਜਾਂ ਦਖਲ ਅੰਦਾਜ਼ੀ ਦੇ ਉਹਨਾਂ ਦੀ ਪ੍ਰਤਿਭਾ ਅਨੁਸਾਰ ਉਹਨਾਂ ਨੂੰ ਸਿੱਖਿਅਤ ਕਰਨ ਅਤੇ ਉਹਨਾਂ ਦੇ ਹੁਨਰ ਨੂੰ ਪਛਾਣ ਦੇ ਕੇ ਸਿੱਖਿਅਤ ਕਰਨ ਦਾ ਇੰਤਜ਼ਾਮ ਕੀਤਾ ਤਾਂ ਕਈ ਪਰਿਵਾਰਾਂ ਦੀਆਂ ਪੀੜ੍ਹੀਆਂ ਤੱਕ ਦਾ ਭਲਾ ਹੋ ਗਿਆ ਡੰਡੀ। ਇਸੇ ਤਰ੍ਹਾਂ ਦੁਨੀਆ ਦੀਆਂ ਸਭ ਤੋਂ ਧਨੀ ਔਰਤਾਂ ਵਿੱਚੋਂ ਇੱਕ ਮਲਿੰਡਾ ਗੇਟਸ ਨੇ ਭਾਰਤ ਦੇ ਉਹਨਾਂ ਦੂਰ ਦੁਰਾਡੇ ਦੇ ਇਲਾਕਿਆਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦਾ ਕੰਮ ਕਰਨਾ ਸ਼ੁਰੂ ਕੀਤਾ, ਜਿਨ੍ਹਾਂ ਤੱਕ ਪਹੁੰਚਣਾ ਕਿਸੇ ਵੀ ਸਰਕਾਰ ਦੀ ਤਰਜੀਹ ਨਹੀਂ ਸੀ ਡੰਡੀ। ਅਸਲ ਵਿੱਚ ਇਹ ਇੱਕ ਅਜਿਹੀ ਪ੍ਰਵਿਰਤੀ ਹੈ ਜੋ ਜਿਉਣਾ ਸਿਖਾਉਂਦੀ ਹੈ ਅਤੇ ਜੇਕਰ ਧਾਰਮਿਕ ਅੰਦਾਜ਼ ਵਿੱਚ ਕਹੀਏ ਤਾਂ ਇਸ ਨੂੰ ਪੁੰਨ ਕਮਾਉਣਾ ਕਹਿ ਸਕਦੇ ਹਾਂ ਡੰਡੀ। ਬਿਨਾਂ ਕਿਸੇ ਪ੍ਰਕਾਰ ਦੀ ਇੱਛਾ ਰੱਖਦਿਆਂ ਆਪਣੀ ਸੰਤਾਨ ਅਤੇ ਪੂਰੇ ਪਰਿਵਾਰ ਲਈ ਜੇਕਰ ਕੋਈ ਵਿਅਕਤੀ ਕੁਝ ਕਰਦਾ ਹੈ ਤਾਂ ਇਹ ਅਣਜਾਣੇ ਵਿੱਚ ਆਪਣੀ ਹੀ ਮਦਦ ਹੋ ਜਾਂਦੀ ਹੈ, ਜਿਸ ਦਾ ਸਿੱਟਾ ਮਾਨਸਿਕ ਤਣਾਅ ਤੋਂ ਮੁਕਤੀ ਅਤੇ ਇੱਕ ਤਰ੍ਹਾਂ ਦਾ ਸੁਖਦ ਅਹਿਸਾਸ ਹੋਣ ਵਰਗਾ ਹੁੰਦਾ ਹੈ ਡੰਡੀ। ਇਸ ਨੂੰ ਨਾ ਤਾਂ ਸ਼ਬਦਾਂ ਵਿੱਚ ਬਿਆਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਡੰਡੀ। ਵਪਾਰ ਦੀ ਦੁਨੀਆ ਵਿਸ਼ੇਸ਼ ਤੌਰ 'ਤੇ ਇਸ਼ਤਿਹਾਰ ਦੇ ਕਾਰੋਬਾਰ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਗਾਹਕ ਦੀ ਭਲਾਈ ਨੂੰ ਸਭ ਤੋਂ ਮੁੱਖ ਰੱਖ ਕੇ ਕੰਮ ਕਰੋਗੇ ਤਾਂ ਤੁਹਾਡਾ ਭਲਾ ਆਪਣੇ ਆਪ ਹੋ ਜਾਵੇਗਾ ਡੰਡੀ। ਇਸ ਤਰ੍ਹਾਂ ਕਰਨ ਨਾਲ ਸੋਚ ਇਹ ਬਣੇਗੀ ਕਿ ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਪੂਰੀ ਕੋਸ਼ਿਸ਼ ਕੀਤੀ, ਪਰ ਜੇਕਰ ਸਿੱਟੇ ਆਪਣੇ ਮਨ ਅਨੁਸਾਰ ਨਹੀਂ ਨਿਕਲੇ ਤਾਂ ਇਸ ਦਾ ਮਤਲਬ ਇਹ ਹੈ ਕਿ ਕਿਤੇ ਕੁਝ ਕਮੀ ਸੀ, ਜਿਸ ਨੂੰ ਦੂਰ ਕਰਕੇ ਫਿਰ ਤੋਂ ਕੋਸ਼ਿਸ਼ ਕੀਤੀ ਜਾਵੇ ਤਾਂ ਕਾਮਯਾਬੀ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ ਡੰਡੀ। ਜੇਕਰ ਇਹ ਸੋਚ ਬਣ ਜਾਵੇ ਤਾਂ ਵਿਅਕਤੀ ਬਹੁਤ ਸਾਰੇ ਅਜਿਹੇ ਕੰਮ ਕਰਨ ਤੋਂ ਬਚ ਸਕਦਾ ਹੈ ਜੋ ਸਮਾਜ ਲਈ ਨੁਕਸਾਨਦੇਹ ਹਨ ਡੰਡੀ। ਇਸ ਸਭ ਦਾ ਨਤੀਜਾ ਇਹੀ ਹੈ ਕਿ ਜਦੋਂ ਤੱਕ ਵਿਅਕਤੀ ਆਪਣੀ ਮਦਦ ਖੁਦ ਕਰਨੀ ਨਹੀਂ ਆਵੇਗੀ ਉਦੋਂ ਤੱਕ ਉਹ ਦੂਜਿਆਂ ਦਾ ਮੂੰਹ ਤੱਕਦਾ ਰਹੇਗਾ ਅਤੇ ਆਤਮ ਨਿਰਭਰ ਬਣਨਾ ਤਾਂ ਦੂਰ ਆਤਮ ਵਿਸ਼ਵਾਸ ਵੀ ਗਵਾ ਦੇਵੇਗਾ ਡੰਡੀ। ਆਤਮ ਵਿਸ਼ਵਾਸ ਨਾਲ ਹੀ ਚੰਗੇ ਸਮਾਜ ਦੀ ਸ਼ੁਰੂਆਤ ਹੋ ਸਕਦੀ ਹੈ ਡੰਡੀ। ਰਿਸ਼ੀ ਗੁਲਾਟੀ ਦੀ ਇਹ ਪੁਸਤਕ ਸਵੈ ਸੁਝਾਉ ਅਤੇ ਆਤਮ ਵਿਸ਼ਵਾਸ ਦੇ ਪ੍ਰਸੰਗ ਵਿੱਚ ਇੱਕ ਨਵੇਂ ਜਗਤ ਦੇ ਸਨਮੁਖ ਲੈ ਜਾਣ ਵਾਲੀ ਰਚਨਾ ਹੈ ਡੰਡੀ। ਲੇਖਕ ਨੇ ਇਸ ਵੱਡ ਆਕਾਰੀ ਪੁਸਤਕ ਵਿੱਚ ਬਹੁਤ ਸਾਰੀਆਂ ਕਲਾ ਵਿਧੀਆਂ ਦਾ ਪ੍ਰਯੋਗ ਕੀਤਾ ਹੈ ਡੰਡੀ। ਇਸ ਪੁਸਤਕ ਦੇ ਕੁਝ ਅੰਸ਼ ਸਵੈ ਜੀਵਨੀ ਮੂਲਕ ਹਨ, ਜਿਨ੍ਹਾਂ ਵਿੱਚ ਲੇਖਕ ਅਤੇ ਜੀਵਨ ਸੰਘਰਸ਼ ਦੇ ਕਠੋਰ ਵੇਰਵੇ ਬਿਆਨ ਕਰਕੇ ਇਹ ਦਰਸਾਉਂਦਾ ਹੈ ਕਿ ਲਗਨ ਅਤੇ ਉਦੇਸ਼ ਵਾਲੇ ਵਿਅਕਤੀ ਲਈ ਕੁਝ ਵੀ ਅਸੰਭਵ ਨਹੀਂ ਹੈ ਡੰਡੀ। ਨੌਜਵਾਨ ਲੇਖਕ ਦਰਸਾਉਂਦਾ ਹੈ ਕਿ ਉਸ ਦੀ ਚੜ੍ਹਦੀ ਜਵਾਨੀ ਅਤੇ ਬਚਪਨ ਬਹੁਤ ਸਾਰੇ ਅਭਾਵਾਂ ਦੀ ਲੜੀ ਸਨ ਡੰਡੀ। ਉਸ ਦਾ ਪਿਤਾ ਫਰੀਦਕੋਟ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੱਟੀ ਚਲਾਉਂਦਾ ਸੀ ਡੰਡੀ। ਕੱਚੀ ਮਿੱਟੀ ਦੀ ਬਣੀ ਹੋਈ ਇਹ ਹੱਟੀ
ਢਹਿ ਗਈ। ਕੁਝ ਸਮੇਂ ਬਾਅਦ ਪਿਤਾ ਦੀ ਮ੍ਰਿਤਿੂ ਹੋ ਗਈ ਅਤੇ ਇੰਜ ਪੂਰਾ ਪਰਿਵਾਰ ਸੜਕ 'ਤੇ ਆ ਗਿਆ। ਡੰਡੀ ਰਿਸ਼ੀ ਗੁਲਾਟੀ ਨੇ ਬਹੁਤ ਕਠਿਨ ਮਿਹਨਤ ਕਰਕੇ ਪਰਿਵਾਰ ਦੀ ਗੱਡੀ ਨੂੰ ਮੁੜ ਲੀਹ 'ਤੇ ਲੈ ਆਂਦਾ ਅਤੇ ਹੌਲੀ ਹੌਲੀ ਆਪਣੇ ਦ੍ਰਿੜ ਸੰਕਲਪ ਸਦਕਾ ਆਸਟ੍ਰੇਲੀਆ ਵਰਗੇ ਉੱਨਤ ਦੇਸ਼ ਵਿੱਚ ਪਹੁੰਚ ਗਿਆ। ਮਿਹਨਤੀ ਇਨਸਾਨ ਲਈ ਕੁਝ ਵੀ ਅਸੰਭਵ ਨਹੀਂ ਹੈ। ਡੰਡੀ ਆਸਟ੍ਰੇਲੀਆ ਪਹੁੰਚ ਕੇ ਰਿਸ਼ੀ ਨੇ ਮਨੋਵਿਗਿਆਨ ਦੇ ਵਿਸ਼ੇ ਬਾਰੇ ਖੂਬ ਪੜ੍ਹਾਈ ਕੀਤੀ। ਡੰਡੀ ਅੱਜ ਕੱਲ੍ਹ ਮਾਰਕੀਟ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਪੁਸਤਕਾਂ ਮਿਲ ਜਾਂਦੀਆਂ ਹਨ ਜੋ ਪਾਠਕਾਂ ਨੂੰ ਪ੍ਰੇਰਨਾ ਮੋਟੀਵੇਸ਼ਨ ਦੇਣ ਦਾ ਕੰਮ ਕਰਦੀਆਂ ਹਨ। ਡੰਡੀ ਲੇਖਕ ਅਨੁਸਾਰ ਬੰਦੇ ਦਾ ਦਿਮਾਗ ਆਪਣੇ ਆਸ-ਪਾਸ ਦੀ ਦੁਨੀਆ ਵਿੱਚੋਂ ਨਿਰੰਤਰ ਬੇਹਿਸਾਬੇ ਡਾਟੇ ਦੀ ਵਿਉਂਤਬੰਦੀ ਕਰਦਾ ਰਹਿੰਦਾ ਹੈ ਅਤੇ ਜਿਹੜਾ ਡਾਟਾ ਉਸ ਨੂੰ ਮੋਟੀਵੇਟ ਕਰਦਾ ਹੈ ਉਸ ਨੂੰ ਆਪਣੀ ਸਮ੍ਰਿਤੀ ਵਿੱਚ ਸਾਂਭ ਲੈਂਦਾ ਹੈ। ਡੰਡੀ ਇਸ ਤੱਥ ਤੋਂ ਲੇਖਕ ਇਹ ਸਿੱਟਾ ਕੱਢਦਾ ਹੈ ਕਿ ਆਪਣੇ ਦਿਮਾਗ ਵਿੱਚ ਸਕਾਰਾਤਮਕ ਵੇਰਵਿਆਂ ਅਤੇ ਵਿਚਾਰਾਂ ਨੂੰ ਸੰਗ੍ਰਹਿਤ ਕਰੋ, ਨਕਾਰਾਤਮਕ ਵੇਰਵਿਆਂ ਦੀ ਉਪੇਖਿਆ ਕਰੋ। ਡੰਡੀ ਆਪਣੇ ਟੀਚੇ ਬਣਾਓ। ਡੰਡੀ ਅਜਿਹੀਆਂ ਵਿਧੀਆਂ ਦੁਆਰਾ ਹਰ ਬੰਦਾ ਆਪਣੇ ਟੀਚੇ ਦੀ ਪ੍ਰਾਪਤੀ ਕਰ ਸਕਦਾ ਹੈ। ਡੰਡੀ ਸਿਧਾਂਤਕ ਪਹਿਲੂਆਂ ਬਾਰੇ ਚਰਚਾ ਕਰਨ ਉਪਰੰਤ ਲੇਖਕ ਇਸ ਵਿਧੀ ਦੇ ਵਿਹਾਰਕ ਪੱਖ ਦਾ ਵਿਸ਼ਲੇਸ਼ਣ ਕਰਦਾ ਹੈ। ਡੰਡੀ ਉਸ ਅਨੁਸਾਰ ਆਕਰਸ਼ਣ ਸਿਧਾਂਤ ਦੁਆਰਾ ਟੀਚੇ ਪ੍ਰਾਪਤ ਕਰਨ ਲਈ ਮਨੁੱਖ ਨੂੰ ਕੁਝ ਪਾਵਰ ਟੂਲਜ਼ ਸ਼ਕਤੀਦਾਇਕ ਹਥਿਆਰਾਂ ਦੀ ਲੋੜ ਪੈਂਦੀ ਹੈ, ਜਿਵੇਂ ਧਿਆਨ ਕੇਂਦਰਿਤ ਕਰਨਾ, ਵਰਤਮਾਨ ਵਿੱਚ ਰਹਿਣਾ, ਧੰਨਵਾਦੀ ਹੋਣਾ, ਇਮਾਨਦਾਰੀ, ਭਾਵਨਾਵਾਂ ਦਾ ਯਥਾਯੋਗ ਪ੍ਰਗਟਾਵਾ, ਹਾਸਾ ਮਖੌਲ ਅਤੇ ਸਵੈ ਵਿਸ਼ਵਾਸ ਆਦਿ। ਡੰਡੀ ਇਸ ਉਪਰੰਤ ਹਰ ਟੀਚੇ ਵਿੱਚ ਹੋਣ ਵਾਲੀ ਪ੍ਰਗਤੀ ਜਾਂ ਖੜੋਤ ਦਾ ਮਹੀਨੇਵਾਰ ਵਿਸ਼ਲੇਸ਼ਣ ਕਰਦੇ ਰਹਿਣਾ ਚਾਹੀਦਾ ਹੈ। ਡੰਡੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਲੇਖਕ ਨੇ ਰਾਬਤਾ ਨਾਂ ਦੀ ਇੱਕ ਸੰਸਥਾ ਵੀ ਬਣਾ ਰੱਖੀ ਹੈ, ਜਿਸ ਨੇ ਬੜੇ ਸਾਰਥਿਕ ਅਤੇ ਸਕਾਰਾਤਮਕ ਸਿੱਟੇ ਕੱਢੇ ਹਨ। ਡੰਡੀ ਪ੍ਰੇਰਨਾ ਅਤੇ ਸਵੈ ਭਰੋਸਾ ਪ੍ਰਾਪਤ ਕਰਨ ਲਈ ਇਹ ਇੱਕ ਬਹੁਤ ਉਪਯੋਗੀ ਪੁਸਤਕ ਹੈ। ਡੰਡੀ ਧਾਰਾ 2 ਵਿੱਚ ਫਾਰਮ ਸੇਵਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਭਾਵ ਹੈ ਕਿ ਕੰਟਰੈਕਟ ਕਰਨ ਵਾਲੇ ਵਪਾਰੀ ਨੇ ਕਿਸਾਨ ਨੂੰ ਬੀਜ, ਖੁਰਾਕ, ਪਸ਼ੂ ਖੁਰਾਕ, ਖੇਤੀ ਰਸਾਇਣ, ਮਸ਼ੀਨਰੀ, ਤਕਨੀਕ, ਦਿਸ਼ਾ ਨਿਰਦੇਸ਼, ਗੈਰ ਰਸਾਇਣਿਕ ਖੇਤੀ ਪਦਾਰਥ ਤੇ ਹੋਰ ਇਹੋ ਜਿਹੀਆਂ ਵਸਤਾਂ ਜੋ ਕਿਸਾਨ ਤੇ ਖੇਤੀ ਦੇ ਕੰਮ ਵਾਸਤੇ ਲੋੜੀਂਦੀਆਂ ਹੋਣ ਉਹ ਵਪਾਰੀ ਮੁਹੱਈਆ ਕਰੇਗਾ। ਡੰਡੀ ਧਾਰਾ 9 ਅਨੁਸਾਰ ਇਹਨਾਂ ਵਾਸਤੇ ਜਿਹੜਾ ਇਕਰਾਰਨਾਮਾ ਲਿਖਿਆ ਜਾਏਗਾ ਉਸ ਵਿੱਚ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਬਣਾਈ ਗਈ ਕੋਈ ਵਿੱਤੀ ਸੇਵਾਵਾਂ ਸਕੀਮ ਤੋਂ ਕਰਜ਼ਾ ਲਿਆ ਜਾ ਸਕੇਗਾ, ਜੋ ਕਿਸਾਨ ਜਾਂ ਵਪਾਰੀ ਦੀ ਲੋੜ ਪੂਰੀ ਕਰਨ ਵਾਸਤੇ ਜਾਂ ਸੰਭਾਵੀ ਜੋਖਮ ਨੂੰ ਟਾਲਣ ਲਈ ਲੋੜੀਂਦਾ ਹੋਵੇ। ਡੰਡੀ ਜੇਕਰ ਵਪਾਰੀ ਇਸ ਤਰ੍ਹਾਂ ਦੀ ਕਿਸੇ ਸਕੀਮ ਅਧੀਨ ਕਿਸਾਨ ਦੇ ਨਾਂ 'ਤੇ ਕਰਜ਼ਾ ਲੈ ਲੈਂਦਾ ਹੈ ਤਾਂ ਉਸ ਦੀ ਵਪਾਰੀ ਵੱਲੋਂ ਅਦਾਇਗੀ ਨਾ ਹੋਣ 'ਤੇ ਉਹ ਕਰਜ਼ਾ ਕਿਸਾਨ ਤੋਂ ਵਸੂਲਿਆ ਜਾਏਗਾ ਅਤੇ ਕਰਜ਼ਾ ਲੈਣ ਵੇਲੇ ਜੇਕਰ ਬੈਂਕ ਕਿਸਾਨ ਦੀ ਜ਼ਮੀਨ ਬਤੌਰ ਸਿਕਿਉਰਿਟੀ ਰੱਖ ਲੈਂਦਾ ਹੈ ਤਾਂ ਉਹ ਜ਼ਮੀਨ ਕਿਸਾਨ ਦੇ ਹੱਥੋਂ ਜਾ ਸਕਦੀ ਹੈ। ਡੰਡੀ ਐਕਟ ਦੀ ਧਾਰਾ
14/7 ਅਨੁਸਾਰ ਜੇਕਰ SDM ਕਿਸਾਨ ਦੇ ਖਿਲਾਫ ਵਸੂਲੀ ਦਾ ਕੋਈ ਹੁਕਮ ਕਰ ਦਿੰਦਾ ਹੈ ਤਾਂ ਉਹ ਲੈਂਡ ਰੈਵਨਿਊ ਐਕਟ ਦੀ ਧਾਰਾ 67 ਅਨੁਸਾਰ ਬਤੌਰ ਲੈਂਡ ਰੈਵਨਿਊ ਵਸੂਲਿਆ ਜਾ ਸਕਦਾ ਹੈ। ਡੰਡੀ ਧਾਰਾ 67 ਅਨੁਸਾਰ ਲੈਂਡ ਰੈਵਨਿਊ ਦੀ ਵਸੂਲੀ ਵਾਸਤੇ ਦੇਣਦਾਰ ਦੀ ਗ੍ਰਿਫਤਾਰੀ ਹੋ ਸਕਦੀ ਹੈ। ਉਸ ਦੀ ਚੱਲ ਜਾਇਦਾਦ ਜਾਂ ਖੜੀ ਫਸਲ 'ਤੇ ਕਬਜ਼ਾ ਕੀਤਾ ਜਾ ਸਕਦਾ ਹੈ ਜਾਂ ਜਿਹੜੀ ਚੀਜ਼ ਵਾਸਤੇ ਕਰਜ਼ਾ ਲਿਆ ਗਿਆ ਹੈ ਉਸ ਦੀ ਤਬਦੀਲ ਮਲਕੀਅਤ ਹੋ ਸਕਦੀ ਹੈ। ਡੰਡੀ ਇਸ ਤੋਂ ਇਲਾਵਾ ਜ਼ਮੀਨ ਤੇ ਜਾਇਦਾਦ ਦੀ ਕੁਰਕੀ ਹੋ ਸਕਦੀ ਹੈ। ਡੰਡੀ ਉਸ ਦੇ ਸੰਦ ਟਰੈਕਟਰ ਟਰਾਲੀ ਡੰਗਰ ਵੱਛਾ ਲਿਆ ਜਾ ਸਕਦਾ ਹੈ। ਡੰਡੀ ਜਿਹੜੀ ਜ਼ਮੀਨ ਵਾਸਤੇ ਕਰਜ਼ਾ ਲਿਆ ਹੈ ਉਹ ਵੇਚੀ ਜਾ ਸਕਦੀ ਹੈ। ਡੰਡੀ ਪਾਰਾ ਜਿਸ ਕਿਸਮ ਦਾ ਇਕਰਾਰਨਾਮਾ ਹੋਣ ਬਾਰੇ ਧਾਰਾ 4 ਵਿੱਚ ਦਰਸਾਇਆ ਗਿਆ ਹੈ ਉਸ ਦੀ ਪਾਲਣਾ ਸਧਾਰਨ ਕਿਸਾਨ ਵਾਸਤੇ ਸੰਭਵ ਹੀ ਨਹੀਂ ਲੱਗਦੀ। ਡੰਡੀ ਜਿਵੇਂ ਕਿ ਜਿਨਸ ਦਾ ਗ੍ਰੇਡ, ਸੁਟਾਈ, ਦਾਣਿਆਂ ਦਾ ਆਕਾਰ ਅਤੇ ਰੰਗ, ਮਾਲ ਦੀ ਗੁਣਵੱਤਾ, ਕੀਟਨਾਸ਼ਕ ਰਹਿੰਦੇ, ਫੂਡ ਸੇਫਟੀ ਸਟੈਂਡਰਡਜ਼ ਦੀ ਪਾਲਣਾ, ਖੇਤੀ ਕਰਨ ਦੇ ਨਵੀਨ ਢੰਗ, ਲੇਬਰ ਤੇ ਸਮਾਜਿਕ ਸਟੈਂਡਰਡਜ਼ ਦੀ ਪਾਲਣਾ ਅਤੇ ਫਸਲ ਬੀਜਣ ਤੋਂ ਪੱਕਣ ਦੌਰਾਨ ਇਹਨਾਂ ਚੀਜ਼ਾਂ ਦਾ ਕਿਸੇ ਤੀਜੀ ਪਾਰਟੀ ਵੱਲੋਂ ਨਿਰੀਖਣ ਇਹ ਵੇਖਣ ਲਈ ਕਰਾਉਂਦੇ ਰਹਿਣਾ ਕਿ ਉੱਤੇ ਦਿੱਤੇ ਮਿਆਰਾਂ ਦੀ ਪਾਲਣਾ ਹੋਈ ਹੈ ਜਾਂ ਨਹੀਂ। ਇਹਨਾਂ ਦੇ ਪੂਰੇ ਨਾ ਹੋਣ 'ਤੇ ਵਪਾਰੀ ਨੂੰ ਖੁੱਲ੍ਹ ਹੈ ਕਿ ਮਾਲ ਰੱਦ ਕਰ ਦੇਵੇ। ਡੰਡੀ ਇਕਰਾਰਨਾਮੇ ਵਿੱਚ ਜਿਨਸ ਦੀ ਵੇਚ ਕੀਮਤ ਲਿਖੀ ਜਾਵੇਗੀ। ਡੰਡੀ ਜਿਸ ਦਾ ਮਿਆਰ ਵੱਖ-ਵੱਖ ਮੰਡੀਆਂ ਵਿੱਚ ਉਸ ਜਿਨਸ ਦੀ ਚੱਲ ਰਹੀ ਵੇਚ ਕੀਮਤ ਜਾਂ ਇਲੈਕਟ੍ਰੋਨਿਕ ਟਰੇਡਿੰਗ ਰਾਹੀਂ ਦਿੱਤੀ ਜਾ ਰਹੀ ਕੀਮਤ ਨੂੰ ਆਧਾਰ ਬਣਾਇਆ ਜਾਏਗਾ। ਡੰਡੀ ਇਸ ਵਿੱਚ MSP ਨੂੰ ਆਧਾਰ ਨਹੀਂ ਮੰਨਿਆ ਗਿਆ। ਡੰਡੀ ਸਰਕਾਰ ਦਾ ਇਹ ਦਾਅਵਾ ਗਲਤ ਸਾਬਤ ਹੁੰਦਾ ਹੈ ਕਿ MSP ਹੈ ਅਤੇ ਰਹੇਗੀ। ਡੰਡੀ ਬਲਕਿ MSP ਹੀ ਖਤਮ ਕਰ ਦਿੱਤੀ ਗਈ ਲੱਗਦੀ ਹੈ। ਡੰਡੀ ਧਾਰਾ 7(2) ਅਨੁਸਾਰ ਵਪਾਰੀ ਤੇ ਸਟਾਕ ਕੋਈ ਪਾਬੰਦੀ ਨਹੀਂ ਹੋਏਗੀ। ਡੰਡੀ ਉਹ ਜਿੰਨੀ ਮਰਜ਼ੀ ਕੰਟਰੈਕਟ 'ਤੇ ਕਰਾਈ ਗਈ ਖੇਤੀ ਜਿਨਸ ਖਰੀਦੇ ਤੇ ਸਟਾਕ ਕਰੇ। ਡੰਡੀ ਸਰਕਾਰ ਦਾ ਉਸ 'ਤੇ ਕੋਈ ਨਿਯੰਤਰਣ ਨਹੀਂ ਹੋਵੇਗਾ। ਡੰਡੀ ਰਾਜ ਸਰਕਾਰ ਵੱਲੋਂ ਬਣਾਏ ਗਏ ਮੰਡੀਆਂ ਬਾਰੇ ਕਾਨੂੰਨ ਲਾਗੂ ਨਹੀਂ ਹੋਣਗੇ। ਡੰਡੀ ਵਿਵਾਦ ਹੋਣ ਦੀ ਸੂਰਤ ਵਿੱਚ ਝਗੜਾ ਨਿਪਟਾਉਣ ਲਈ ਜੋ ਢੰਗ ਦੱਸਿਆ ਗਿਆ ਹੈ ਇਕਰਾਰਨਾਮੇ ਵਿੱਚ ਇੱਕ ਬੋਰਡ ਬਣਾ ਕੇ ਉਸ ਦਾ ਜ਼ਿਕਰ ਕੀਤਾ ਜਾਵੇਗਾ ਤੇ ਉਹ ਬੋਰਡ ਸੁਲ੍ਹਾ ਸਫਾਈ ਕਰਾ ਕੇ ਸਮਝੌਤੇ ਰਾਹੀਂ ਫੈਸਲਾ ਕਰਾਏਗਾ। ਡੰਡੀ ਜੇ ਬੋਰਡ ਨਹੀਂ ਬਣਾਇਆ ਗਿਆ ਤਾਂ SDM ਇੱਕ ਬੋਰਡ ਦੀ ਨਿਯੁਕਤੀ ਕਰੇਗਾ ਅਤੇ ਜੇਕਰ ਬੋਰਡ ਫੈਸਲਾ ਕਰਵਾਉਣ ਵਿੱਚ ਅਸਮਰੱਥ ਰਹੇ ਤਾਂ SDM 30 ਦਿਨਾਂ ਦੇ ਅੰਦਰ ਫੈਸਲਾ ਕਰੇਗਾ। ਡੰਡੀ SDM ਦਾ ਕੀਤਾ ਗਿਆ ਫੈਸਲਾ ਸਿਵਲ ਕੋਰਟ ਦਾ ਫੈਸਲਾ ਮੰਨਿਆ ਜਾਵੇਗਾ ਤੇ ਇਸ ਦੀ ਇਜਰਾਏ ਕਰਵਾਉਣੀ ਪਵੇਗੀ ਜਿਸ ਦਾ ਬਹੁਤ ਲੰਮਾ ਤੇ ਪੇਚੀਦਾ ਤਰੀਕਾ ਹੈ। ਡੰਡੀ ਸਿਵਲ ਕੋਰਟ ਵੱਲੋਂ ਦਿੱਤੀ ਗਈ ਡਿਗਰੀ ਉਸੇ ਅਦਾਲਤ ਵਿੱਚ ਇਜਰਾਏ ਹੋ ਸਕਦੀ ਹੈ ਜਿੱਥੇ ਦੇਣਦਾਰ ਰਹਿੰਦਾ ਹੈ ਤੇ ਜਿੱਥੇ ਉਸ ਦੀ ਪ੍ਰਾਪਰਟੀ ਹੈ। ਡੰਡੀ ਮੁੰਬਈ ਦਾ ਵਪਾਰੀ
ਪੰਜਾਬ ਹਰਿਆਣੇ ਜਾਂ ਹੋਰ ਥਾਵਾਂ ਤੋਂ ਖਰੀਦ ਕਰਦਾ ਹੈ ਤਾਂ ਉਸ ਦੇ ਖਿਲਾਫ ਬੰਬਈ ਦੀ ਅਦਾਲਤ ਵਿੱਚ ਇਜਰਾਏ ਹੋ ਸਕੇਗੀ, ਨਾ ਕਿ ਉਸ ਅਦਾਲਤ ਵਿੱਚ ਜਿਸ ਨੇ ਡਿਗਰੀ ਦਿੱਤੀ ਹੈ। ਡੰਡੀ। ਇਸ ਤਰ੍ਹਾਂ ਕਿਹੜਾ ਕਿਸਾਨ ਵਪਾਰੀ ਦੇ ਖਿਲਾਫ ਮੁੰਬਈ ਜਾਂ ਹੋਰ ਥਾਵਾਂ 'ਤੇ ਜਾ ਕੇ ਉਸ ਦੀ ਜਾਇਦਾਦ ਕੁਰਕ ਕਰਾ ਕੇ ਅਦਾਲਤ ਰਾਹੀਂ ਵਿਕਵਾ ਕੇ ਵਸੂਲੀ ਕਰ ਸਕੇਗਾ, ਅਤੇ ਜੇਕਰ ਵਪਾਰੀ NLP ਹੈ, ਉਸ ਦੀ ਕੋਈ ਜਾਇਦਾਦ ਭਾਰਤ ਵਿੱਚ ਨਹੀਂ ਹੈ, ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਨਾ ਉਸ 'ਤੇ ਲੈਂਡ ਰੈਵਨਿਊ ਐਕਟ ਲਾਗੂ ਹੋਏਗਾ। ਇਸ ਤਰ੍ਹਾਂ ਕਿਸਾਨ ਤਾਂ ਬਿਲਕੁਲ ਮਾਰਿਆ ਜਾਏਗਾ। ਡੰਡੀ। ਜੇ ਇੱਕ ਇੱਕ ਧਾਰਾ ਨੂੰ ਗਿਣਾਂਗੇ ਅਤੇ ਪਰਖਾਂਗੇ, ਹੋਰ ਬਹੁਤ ਕੁਝ ਨਿਕਲ ਕੇ ਸਾਹਮਣੇ ਆਏਗਾ। ਡੰਡੀ। ਸਰਕਾਰ ਦੇ ਇਹ ਦਾਅਵੇ ਕਿ ਇਹਨਾਂ ਕਾਨੂੰਨਾਂ ਵਿੱਚ ਕੁਝ ਵੀ ਕਾਲਾ ਨਹੀਂ ਤੇ ਇਹ ਕਿਸਾਨ ਦੇ ਹੱਕ ਵਿੱਚ ਹਨ, ਝੂਠੇ ਸਾਬਤ ਹੁੰਦੇ ਹਨ। ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ। ਡੰਡੀ। ਖਿਲਾਫ ਇਹ ਦਸਤੂਰ ਜੋਤੀ ਬਾਵਾ ਦੀ ਦੂਸਰੀ ਪੁਸਤਕ ਹੈ। ਡੰਡੀ। ਇਸ ਪੁਸਤਕ ਵਿੱਚ ਕੁਝ ਮਸਲੇ ਹਨ ਜਿਨ੍ਹਾਂ 'ਤੇ ਉਹ ਬੇਬਾਕ ਟਿੱਪਣੀਆਂ ਕਰਦੀ ਹੈ। ਡੰਡੀ। ਇਸ ਪੁਸਤਕ ਵਿਚਲੀਆਂ ਉਸ ਦੀਆਂ ਤਹਿਰੀਰਾਂ ਤੇ ਲਿਖਤਾਂ ਪੜ੍ਹ ਕੇ ਪਾਠਕ ਦੇ ਮਨ ਵਿੱਚ ਬਾਵਾ ਦਾ ਅਕਸ ਇੱਕ ਅਜਿਹੀ ਔਰਤ ਦੇ ਰੂਪ ਵਿੱਚ ਨਿਖਰਦਾ ਹੈ ਜੋ ਚਿੰਤਨਸ਼ੀਲ, ਦਬੰਗ ਹੈ, ਮਨ ਆਈਆਂ ਕਰਦੀ ਹੈ ਤੇ ਜ਼ਿੰਦਗੀ ਆਪਣੀਆਂ ਸ਼ਰਤਾਂ 'ਤੇ ਜਿਉਣ ਦੀ ਕੋਸ਼ਿਸ਼ ਹੀ ਨਹੀਂ ਕਰਦੀ, ਸੱਚਮੁੱਚ ਜਿਉਂਦੀ ਵੀ ਹੈ। ਡੰਡੀ। ਜੋਤੀ ਬਾਵਾ ਦਿਲ ਅਤੇ ਦਿਮਾਗ ਦੋਵਾਂ ਪੱਧਰਾਂ 'ਤੇ ਵਿਚਰਦੀ ਪ੍ਰਤੀਤ ਹੁੰਦੀ ਹੈ। ਡੰਡੀ। ਉਸ ਦਾ ਦਿਲ ਮੁਹੱਬਤੀ ਹੈ, ਗਹਿ ਗੱਚ ਪ੍ਰੇਮ ਕਰਨ ਵਾਲਾ ਹੈ। ਡੰਡੀ। ਇਸ ਲਈ ਉਹ ਅਮਿਤ ਜਿਹੇ ਮੁਹੱਬਤੀ ਬੰਦੇ ਨੂੰ ਆਪਣੇ ਸਾਥੀ ਦੇ ਤੌਰ 'ਤੇ ਚੁਣਦੀ ਹੈ ਤੇ ਉਸ ਨਾਲ ਵਿਆਹ ਵੀ ਕਰਵਾਉਂਦੀ ਹੈ। ਡੰਡੀ। ਉਸ ਨੂੰ ਉਸਦੀ ਪਹਿਲੀ ਮੁਹੱਬਤ ਦੀ ਮਕੜ ਜਾਲ 'ਚੋਂ ਕੱਢਣ ਦੀ ਭਰਪੂਰ ਕੋਸ਼ਿਸ਼ ਕਰਦੀ ਹੈ। ਡੰਡੀ। ਖੁਦ ਵੀ ਜਲਣ ਤੋਂ ਨਿਕਲਣ ਲਈ ਸਿਰ ਤੋੜ ਯਤਨ ਕਰਦੀ ਹੈ। ਡੰਡੀ। ਜੋਤੀ ਬਾਵਾ ਦਾ ਸਰੂਪ ਇੱਕ ਵਿਦਰੋਹੀ ਔਰਤ ਵਾਲਾ ਹੈ। ਡੰਡੀ। ਖੁੱਲ੍ਹਾ ਖੁਲਾਸਾ ਜੀਵਨ ਜਿਉਣਾ ਉਸ ਦਾ ਚਾਅ ਹੈ। ਡੰਡੀ। ਇਸ ਲਈ ਉਹ ਚੰਗਾ ਲੱਗਣ ਵਾਲਿਆਂ ਨੂੰ, ਮੁੰਡਿਆਂ ਨੂੰ ਛੇੜਦੀ ਹੈ, ਸੀਟੀਆਂ ਵਜਾਉਣ ਦਾ ਯਤਨ ਕਰਦੀ ਹੈ, ਮੁੰਡਿਆਂ ਵਾਂਗ ਅੰਡਰਸ਼ਰਟ ਨਹੀਂ ਪਾਉਣਾ ਚਾਹੁੰਦੀ। ਡੰਡੀ। ਮੀਂਹ 'ਚ ਭਿੱਜਦੇ ਸੋਹਣੇ ਮੁੰਡਿਆਂ ਨੂੰ ਦੇਖ ਕੇ ਧਿਆਨ ਖਿੱਚਣ ਲਈ ਟੇਪ ਰਿਕਾਰਡ ਦੀ ਆਵਾਜ਼ ਉੱਚੀ ਕਰਦੀ ਹੈ, ਖੁਸਰਿਆਂ ਦੇ ਜੀਵਨ ਵਿੱਚ ਦਿਲਚਸਪੀ ਲੈਂਦੀ ਹੈ। ਡੰਡੀ। ਉਹ ਔਰਤ ਦੇ ਮਜ਼ਲੂਮ, ਦੁਖਿਆਰੀ ਹਮਦਰਦੀ ਦੀ ਪਾਤਰ ਤੇ ਰਸੋਈ ਤੋਂ ਭੱਜਣ ਵਾਲਾ ਰੂਪ ਪਸੰਦ ਨਹੀਂ ਹੈ। ਡੰਡੀ। ਉਹ ਔਰਤ ਨੂੰ ਸੰਘਰਸ਼ਸ਼ੀਲ ਤੇ ਭਰਪੂਰ ਜ਼ਿੰਦਗੀ ਜਿਉਣ ਵਾਲੀ ਦੇਖਣਾ ਚਾਹੁੰਦੀ ਹੈ। ਡੰਡੀ। ਦਿਮਾਗੀ ਪੱਧਰਾਂ 'ਤੇ ਉਹ ਤਰਕਸ਼ੀਲਾਂ ਵਾਂਗ ਜਿਉਂਦੀ ਹੈ। ਡੰਡੀ। ਉਹ ਦਲੀਪ ਕੌਰ ਟਿਵਾਣਾ, ਤਲਵਿੰਦਰ ਸਿੰਘ ਤੇ ਅਜੀਤ ਕੌਰ ਦੀਆਂ ਕਹਾਣੀਆਂ ਦੇ ਔਰਤ ਪਾਤਰਾਂ ਨੂੰ ਰੱਦ ਕਰਦੀ ਹੈ। ਡੰਡੀ। ਔਰਤਾਂ ਦੀਆਂ ਸਵੈ ਜੀਵਨੀਆਂ ਸਾਰਾ ਨਾਲ ਇਤਫਾਕ ਨਹੀਂ ਰੱਖਦੀ। ਡੰਡੀ। ਉਹ ਔਰਤਾਂ ਨੂੰ ਹਮਦਰਦੀ ਮੰਗਦੀਆਂ ਤੇ ਪਤੀ ਪ੍ਰਤੀ ਸ਼ਿਕਾਇਤਾਂ ਕਰਨ ਨੂੰ ਵੀ ਬਹੁਤਾ ਚੰਗਾ ਨਹੀਂ ਸਮਝਦੀ। ਡੰਡੀ। ਉਹ ਸਹਿਜ ਤੇ ਆਪਣੇ ਮਨ ਮੁਤਾਬਕ ਜਿਉਣ ਵਾਲੀਆਂ ਔਰਤਾਂ ਨੂੰ ਪਿਆਰ ਕਰਦੀ ਹੈ, ਜਿਵੇਂ ਤਬਲੀਆ ਨਸਰੀਨ ਉਸ ਦੀ ਮਨਪਸੰਦ ਲੇਖਿਕਾ ਹੈ। ਡੰਡੀ। ਉਸ ਦੀ ਵਾਰਤਕ
ਬਹੁਤ ਪਿਆਰੀ ਹੈ। ਸਰਲ ਸਾਫ਼ ਤੇ ਪਹਾੜੀ ਝਰਨੇ ਵਾਂਗ ਵਗਣ ਵਾਲੀ ਜੋ ਪਾਠਕ ਦੇ ਧੁਰ ਅੰਦਰ ਲੈਂਦੀ ਜਾਂਦੀ ਹੈ ਡੰਡੀ। ਕਈ ਵਾਕ ਤਾਂ ਟੁਕਾਂ ਵਾਂਗ ਪੜ੍ਹੇ ਜਾ ਸਕਦੇ ਹਨ ਡੰਡੀ। ਇੱਕ ਔਰਤ ਵੱਲੋਂ ਮਾਹਵਾਰੀ ਨਪੁੰਸਕਤਾ ਤੇ ਖੁੱਲ੍ਹਾ ਖੁਲਾਸਾ ਜੀਵਨ ਜਿਉਣ ਦੀ ਸ਼ੈਲੀ ਹੋ ਸਕਦੇ ਆਮ ਰਵਾਇਤੀ ਪਾਠਕਾਂ ਨੂੰ ਪਸੰਦ ਨਾ ਆਵੇ, ਪਰ ਇਹ ਜੀਵਨ ਦਾ ਸੱਚ ਹੈ। ਇਸ ਨੂੰ ਜ਼ਰੂਰ ਨਹੀਂ ਮਰਦ ਹੀ ਬਿਆਨ ਕਰੇ, ਔਰਤ ਵੀ ਬਿਆਨ ਕਰ ਸਕਦੀ ਹੈ ਡੰਡੀ। ਉਸ ਦੀਆਂ ਲਿਖਤਾਂ ਪੜ੍ਹ ਕੇ ਆਧੁਨਿਕ ਔਰਤ, ਅੱਜ ਦੀ ਔਰਤ ਆਪਣੇ ਪੈਰਾਂ 'ਤੇ ਖਲੋ ਕੇ ਸਹਿਜ ਤੇ ਸਚਿਆਰੀ ਜ਼ਿੰਦਗੀ ਜੀ ਸਕਦੀ ਹੈ ਡੰਡੀ। ਕਿਤਾਬ ਬਹੁਤ ਦਿਲਚਸਪ ਹੈ ਤੇ ਇਸ ਦੀ ਵਾਰਤਕ ਉਸ ਤੋਂ ਵੀ ਪਿਆਰੀ ਹੈ ਡੰਡੀ। ਮੈਂ ਇਸ ਨੂੰ ਵਾਰ-ਵਾਰ ਪੜ੍ਹਨ ਦੀ ਸਿਫਾਰਿਸ਼ ਕਰਦਾ ਹਾਂ ਡੰਡੀ।